ਸਤਿ ਸ੍ਰੀ ਅਕਾਲ। ਆਮ ਤੌਰ ਤੇ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਦੀਆਂ ਤੇ ਵੱਡੇ-ਵੱਡੇ ਸਾਮਰਾਜਾਂ ਦਾ ਖਿਆਲ ਆਉਂਦਾ ਹੈ। ਪਰ ਜੇ ਅਸੀਂ ਸਿਰਫ ਇੱਕ ਦਿਨ ਤੇ ਇੱਕ ਤਾਰੀਖ ਤੇ ਫੋਕਸ ਕਰੀਏ ਤਾਂ ਕੀ ਹੋਵੇਗਾ? ਚਲੋ ਅੱਜ 17 ਅਪ੍ਰੈਲ ਦੀ ਗੱਲ ਕਰਦੇ ਹਾਂ। ਇੱਕ ਅਜਿਹੀ ਤਾਰੀਖ ਜਿਹੜੀ ਆਪਣੇ ਆਪ ਵਿੱਚ ਇੱਕ ਪੂਰੇ ਭਾਈਚਾਰੇ ਦੀ ਕਹਾਣੀ ਬਿਆਨ ਕਰਦੀ ਹੈ। ਹੈ ਨਾ ਇੱਕ ਹੈਰਾਨ ਕਰਨ ਵਾਲਾ ਸਵਾਲ ਕਿ ਸੱਚਮੁੱਚ ਕੈਲੰਡਰ ਦਾ ਇੱਕ ਦਿਨ 200 ਸਾਲਾਂ ਦਾ ਸਫ਼ਰ ਤੈਅ ਕਰਵਾ ਸਕਦਾ ਹੈ। ਖੈਰ, ਅੱਜ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਕਿਵੇਂ 17 ਅਪ੍ਰੈਲ ਦਾ ਦਿਨ ਸਿੱਖ ਕੌਮ ਦੇ ਉਤਰਾ-ਚੜ੍ਹਾਅ, ਉਹਨਾਂ ਦੇ ਸੰਘਰਸ਼ ਤੇ ਆਖਿਰਕਾਰ ਉਹਨਾਂ ਦੀ ਸਫਲਤਾ ਦੀ ਇੱਕ ਸ਼ਾਨਦਾਰ ਗਾਥਾ ਬਿਆਨ ਕਰਦਾ ਹੈ। ਤਾਂ ਫਿਰ ਚਲਿਏ ਇਸ ਸਫ਼ਰ ਤੇ। ਅਸੀਂ 4 ਵੱਖ-ਵੱਖ ਸਦੀਆਂ 'ਚ ਝਾਤ ਮਾਰਾਂਗੇ ਤੇ 17 ਅਪ੍ਰੈਲ ਨੂੰ ਹੋਈਆਂ 4 ਅਜਿਹੀਆਂ ਘਟਨਾਵਾਂ ਨੂੰ ਦੇਖਾਂਗੇ ਜੋ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਲੱਗਦੀਆਂ ਨੇ, ਪਰ ਜਦੋਂ ਉਹਨਾਂ ਨੂੰ ਜੋੜ ਕੇ ਦੇਖੀਏ ਤਾਂ ਇੱਕ ਪੂਰੀ ਤਸਵੀਰ ਸਾਹਮਣੇ ਆਉਂਦੀ ਹੈ। ਇਹ ਹੈ ਸਾਡਾ ਰੋਡ ਮੈਪ ਜਿਵੇਂ ਕਹਿੰਦੇ ਨੇ। ਅਸੀਂ ਸ਼ੁਰੂਆਤ ਕਰਾਂਗੇ 1766 ਤੋਂ, ਜਦੋਂ ਇੱਕ ਨਵੀਂ ਤਾਕਤ ਦਾ ਉਭਾਰ ਹੋ ਰਿਹਾ ਸੀ। ਫਿਰ ਅਸੀਂ 1841 ਦੇ ਅੰਦਰੂਨੀ ਸੰਕਟ ਵੱਲ ਵਧਾਂਗੇ। ਉਸ ਤੋਂ ਬਾਅਦ 1923 ਦੇ ਹੱਕਾਂ ਲਈ ਸੰਘਰਸ਼ ਨੂੰ ਸਮਝਾਂਗੇ ਅਤੇ ਅਖੀਰ ਵਿੱਚ 1962 ਦੀ ਇੱਕ ਬਹੁਤ ਵੱਡੀ ਰਾਜਨੀਤਿਕ ਪ੍ਰਾਪਤੀ ਤੇ ਪਹੁੰਚਾਂਗੇ। ਸਾਡਾ ਸਫ਼ਰ 18ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ। ਜ਼ਰਾ ਸੋਚੋ, ਉਸ ਵੇਲੇ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਤੇ ਪੰਜਾਬ ਦੇ ਮੈਦਾਨਾਂ ਵਿੱਚੋਂ ਇੱਕ ਨਵੀਂ ਨਿਡਰ ਤਾਕਤ ਉੱਭਰ ਰਹੀ ਸੀ। ਹੁਣ ਇਸ ਕਹਾਣੀ ਨੂੰ ਸਮਝਣ ਲਈ ਸਾਨੂੰ ਸਿੱਖ ਮਿਸਲਾਂ ਨੂੰ ਸਮਝਣਾ ਪਵੇਗਾ। ਇਹ ਸਿਰਫ ਕੋਈ ਫੌਜੀ ਟੁਕੜੀਆਂ ਨਹੀਂ ਸਨ। ਤੁਸੀਂ ਸਮਝੋ ਕਿ ਇਹ 12 ਆਜ਼ਾਦ ਰਿਆਸਤਾਂ ਵਾਂਗ ਸਨ, ਜਿਨ੍ਹਾਂ ਨੇ ਮਿਲ ਕੇ ਇੱਕ ਬਹੁਤ ਵੱਡੀ ਤਾਕਤ ਬਣਾ ਲਈ ਸੀ। ਅਤੇ ਉਹ ਸਿਰਫ ਬਚਾਅ ਨਹੀਂ ਕਰ ਰਹੇ ਸਨ, ਨਹੀਂ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਉਹ ਮੁਗਲ ਸਾਮਰਾਜ ਦੇ ਦਿਲ ਯਾਨੀ ਦਿੱਲੀ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਸਨ। ਇੱਥੋਂ ਤੱਕ ਕਿ ਰਾਖੀ ਵੀ ਵਸੂਲਦੇ ਸਨ, ਜੋ ਕਿ ਸੁਰੱਖਿਆ ਦੇ ਬਦਲੇ ਇੱਕ ਤਰ੍ਹਾਂ ਦਾ ਟੈਕਸ ਹੁੰਦਾ ਸੀ। ਅਤੇ ਫਿਰ ਆਇਆ ਉਹ ਦਿਨ 17 ਅਪ੍ਰੈਲ 1766। ਉਸ ਦਿਨ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ। ਸਿੱਖ ਫੌਜਾਂ ਨੇ ਨਾ ਸਿਰਫ ਦਿੱਲੀ ਤੇ ਹਮਲਾ ਕੀਤਾ, ਸਗੋਂ ਪਹਾੜਗੰਜ, ਜੋ ਉਸ ਸਮੇਂ ਸ਼ਹਿਰ ਦਾ ਇੱਕ ਵੱਡਾ ਵਪਾਰਿਕ ਕੇਂਦਰ ਸੀ, ਤੇ ਕਬਜ਼ਾ ਵੀ ਕਰ ਲਿਆ। ਇਹ ਉਹਨਾਂ ਦੀ ਤਾਕਤ ਦਾ ਸਿੱਧਾ ਪ੍ਰਦਰਸ਼ਨ ਸੀ। ਤੇ ਨਤੀਜਾ ਇਹ ਹੋਇਆ ਕਿ ਦਿੱਲੀ ਦਾ ਸ਼ਕਤੀਸ਼ਾਲੀ ਸ਼ਾਸਕ ਨਜੀਬ-ਉਦ-ਦੌਲਾ ਉਹਨਾਂ ਨੂੰ ਰੋਕ ਨਹੀਂ ਸਕਿਆ। ਉਸਨੂੰ ਸਿੱਖ ਸਰਦਾਰਾਂ ਨੂੰ ਇੱਕ ਵੱਡਾ ਨਜ਼ਰਾਨਾ ਯਾਨੀ ਪੈਸੇ ਦੇ ਕੇ ਵਾਪਸ ਭੇਜਣਾ ਪਿਆ। ਇਹ ਇੱਕ ਸਾਫ਼ ਸੰਕੇਤ ਸੀ ਕਿ ਹੁਣ ਤਾਕਤ ਦਾ ਪਾਸਾ ਪਲਟ ਰਿਹਾ ਸੀ। ਪਰ ਇਤਿਹਾਸ ਕਦੇ ਵੀ ਇੱਕ ਥਾਂ ਤੇ ਖੜਾ ਨਹੀਂ ਰਹਿੰਦਾ। ਜਿੱਥੇ 18ਵੀਂ ਸਦੀ ਬਾਹਰੀ ਦੁਸ਼ਮਣਾਂ ਨੂੰ ਚੁਣੌਤੀ ਦੇਣ ਬਾਰੇ ਸੀ, ਉੱਥੇ 19ਵੀਂ ਸਦੀ ਆਪਣੇ ਨਾਲ ਘਰ ਦੇ ਅੰਦਰ ਹੀ ਸੰਕਟ ਲੈ ਕੇ ਆਈ। ਚਲੋ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਕਿ ਇਹ ਕਹਾਣੀ ਕਿਵੇਂ ਮੋੜ ਲੈਂਦੀ ਹੈ। ਹੁਣ ਅਸੀਂ 75 ਸਾਲ ਅੱਗੇ ਚੱਲਦੇ ਹਾਂ। ਸਾਲ 1841 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤਾ ਸਿੱਖ ਸਾਮਰਾਜ ਆਪਣੇ ਸਿਖਰ ਤੇ ਸੀ, ਪਰ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਾਮਰਾਜ ਦੇ ਅੰਦਰ ਹੀ ਤਣਾਅ ਵਧਣ ਲੱਗ ਪਿਆ ਸੀ। ਇਸ ਕਹਾਣੀ ਦਾ ਮੁੱਖ ਕਿਰਦਾਰ ਹੈ ਕਰਨਲ ਮਿਹਾਨ ਸਿੰਘ, ਜੋ ਕਸ਼ਮੀਰ ਦੇ ਗਵਰਨਰ ਸਨ। ਉਹ ਇੱਕ ਬਹੁਤ ਹੀ ਕਾਬਿਲ ਪ੍ਰਸ਼ਾਸਕ ਸਨ, ਜਿਨ੍ਹਾਂ ਨੇ ਇੱਕ ਭਿਆਨਕ ਕਾਲ ਤੋਂ ਬਾਅਦ ਕਸ਼ਮੀਰ ਦੀ ਆਰਥਿਕਤਾ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਸੀ, ਪਰ ਉਹਨਾਂ ਦੀ ਕਾਬਲੀਅਤ ਵੀ ਉਹਨਾਂ ਨੂੰ ਆਉਣ ਵਾਲੇ ਤੂਫਾਨ ਤੋਂ ਬਚਾ ਨਾ ਸਕੀ। ਇਸ ਸੰਕਟ ਦੀ ਜੜ ਇੱਕ ਪ੍ਰਸ਼ਾਸਨਿਕ ਮੁੱਦਾ ਸੀ, ਪੈਸਾ। ਸ਼੍ਰੀਨਗਰ ਵਿੱਚ ਤਾਇਨਾਤ ਫੌਜ ਦੀਆਂ 2 ਬਟਾਲੀਅਨਾਂ ਆਪਣੀ ਬਕਾਇਆ ਤਨਖਾਹ ਤੇ ਤਨਖਾਹ ਵਿੱਚ ਵਾਧੇ ਦੀ ਮੰਗ ਕਰ ਰਹੀਆਂ ਸਨ, ਪਰ ਮਿਹਨ ਸਿੰਘ ਨੇ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸ ਦਾ ਨਤੀਜਾ ਬਹੁਤ ਭਿਆਨਕ ਨਿਕਲਿਆ। ਉਸੇ ਰਾਤ 17 ਅਪ੍ਰੈਲ ਨੂੰ ਬਾਗੀ ਫੌਜੀਆਂ ਨੇ ਗਵਰਨਰ ਦਾ ਉਹਨਾਂ ਦੇ ਆਪਣੇ ਹੀ ਘਰ ਵਿੱਚ ਕਤਲ ਕਰ ਦਿੱਤਾ। ਇਹ ਘਟਨਾ ਸਿੱਖ ਸਾਮਰਾਜ ਦੇ ਅੰਦਰ ਵੱਧ ਰਹੀ ਬੇਚੈਨੀ ਤੇ ਅਨੁਸ਼ਾਸਨ ਦੀ ਕਮੀ ਦਾ ਇੱਕ ਵੱਡਾ ਸਬੂਤ ਬਣ ਗਈ, ਜਿਸ ਨੇ ਆਖਿਰਕਾਰ ਇਸ ਦੇ ਪਤਨ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ। ਚਲੋ ਹੁਣ ਲਗਭਗ 80 ਸਾਲ ਹੋਰ ਅੱਗੇ ਚੱਲਦੇ ਹਾਂ, 20ਵੀਂ ਸਦੀ ਦੇ ਸ਼ੁਰੂ ਵਿੱਚ। ਹੁਣ ਸਿੱਖ ਸਾਮਰਾਜ ਦਾ ਅੰਤ ਹੋ ਚੁੱਕਾ ਸੀ ਅਤੇ ਪੂਰੇ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ। ਇਸ ਦੌਰ ਵਿੱਚ ਸਿੱਖ ਭਾਈਚਾਰੇ ਲਈ ਸੰਘਰਸ਼ ਦਾ ਰੂਪ ਬਿਲਕੁਲ ਬਦਲ ਗਿਆ ਸੀ। ਇਹ ਹੁਣ ਤਲਵਾਰਾਂ ਦੀ ਲੜਾਈ ਨਹੀਂ ਸੀ, ਸਗੋਂ ਆਪਣੇ ਹੱਕਾਂ ਅਤੇ ਸੁਧਾਰਾਂ ਦੀ ਲੜਾਈ ਸੀ। ਇਸ ਸਮੇਂ ਦੀ ਸਭ ਤੋਂ ਵੱਡੀ ਲਹਿਰ ਸੀ ਅਕਾਲੀ ਲਹਿਰ, ਜਿਸ ਨੂੰ ਗੁਰਦੁਆਰਾ ਸੁਧਾਰ ਲਹਿਰ ਵੀ ਕਿਹਾ ਜਾਂਦਾ ਹੈ। ਇਸ ਦਾ ਮੁੱਖ ਮਕਸਦ ਸੀ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ, ਜਿਨ੍ਹਾਂ ਨੂੰ ਅਕਸਰ ਬ੍ਰਿਟਿਸ਼ ਸਰਕਾਰ ਦੀ ਸ਼ੈ ਹੁੰਦੀ ਸੀ। ਇਸ ਲਹਿਰ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ ਇੱਕ ਸਨ ਸੂਬੇਦਾਰ ਗੰਡਾ ਸਿੰਘ। ਉਹ ਇੱਕ ਰਿਟਾਇਰਡ ਫੌਜੀ ਸਨ, ਜਿਨ੍ਹਾਂ ਨੇ ਆਪਣੇ ਭਾਈਚਾਰੇ ਦੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਦਾ ਰਾਹ ਚੁਣਿਆ।
ਬਦਕਿਸਮਤੀ ਨਾਲ ਇਸੇ ਸੰਘਰਸ਼ ਦੌਰਾਨ 17 ਅਪ੍ਰੈਲ 1923 ਨੂੰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਕੁਰਬਾਨੀ ਇਸ ਲਹਿਰ ਵਿੱਚ ਦਿੱਤੀਆਂ ਗਈਆਂ ਅਨੇਕਾਂ ਕੁਰਬਾਨੀਆਂ ਦਾ ਪ੍ਰਤੀਕ ਬਣ ਗਈ। ਅਤੇ ਹੁਣ ਸਾਡੀ ਆਖਰੀ ਮੰਜ਼ਿਲ, ਅਸੀਂ ਆਜ਼ਾਦ ਭਾਰਤ ਵਿੱਚ ਪਹੁੰਚ ਗਏ ਹਾਂ। ਇੱਥੇ ਸੰਘਰਸ਼ ਦਾ ਰੂਪ ਇੱਕ ਵਾਰ ਫਿਰ ਬਦਲ ਗਿਆ ਹੈ। ਹੁਣ ਇਹ ਲੜਾਈ ਰਾਜਨੀਤਿਕ ਪ੍ਰਤੀਨਿਧਿਤਵਤਾ ਦੀ ਹੈ, ਨਵੇਂ ਬਣ ਰਹੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਹਿੱਸਾ ਪਾਉਣ ਦੀ ਹੈ। ਇੱਥੇ ਸਾਡੇ ਸਾਹਮਣੇ ਆਂਦਾ ਹੈ ਸਰਦਾਰ ਹੁਕਮ ਸਿੰਘ ਦਾ ਸ਼ਾਨਦਾਰ ਸਫ਼ਰ। ਉਹ ਇੱਕ ਮੰਨੇ-ਪ੍ਰਮੰਨੇ ਵਕੀਲ ਅਤੇ ਸਿਆਸਤਦਾਨ ਸਨ, ਜਿਨ੍ਹਾਂ ਨੇ ਭਾਰਤ ਦੀ ਸੰਵਿਧਾਨ ਸਭਾ ਵਿੱਚ ਸੇਵਾ ਕੀਤੀ ਅਤੇ ਹੌਲੀ-ਹੌਲੀ ਰਾਜਨੀਤੀ ਦੀਆਂ ਪੌੜੀਆਂ ਚੜ੍ਹਦੇ ਗਏ। ਅਤੇ ਫਿਰ ਆਇਆ 17 ਅਪ੍ਰੈਲ 1962 ਦਾ ਦਿਨ, ਜਦੋਂ ਉਹ ਸਿਖਰ ਤੇ ਪਹੁੰਚੇ। ਸਰਦਾਰ ਹੁਕਮ ਸਿੰਘ ਨੂੰ ਸਰਵਸੰਮਤੀ ਨਾਲ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ। ਇਹ ਆਜ਼ਾਦ ਭਾਰਤ ਵਿੱਚ ਸਿੱਖ ਭਾਈਚਾਰੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਅਤੇ ਬੇਹੱਦ ਮਾਣ ਵਾਲਾ ਪਲ ਸੀ। ਉਨ੍ਹਾਂ ਦਾ ਕਾਰਜਕਾਲ ਬਹੁਤ ਅਹਿਮ ਸੀ। ਉਨ੍ਹਾਂ ਨੇ 1962 ਅਤੇ 1935 ਦੀਆਂ ਜੰਗਾਂ ਵਰਗੇ ਬਹੁਤ ਹੀ ਨਾਜ਼ੁਕ ਸਮਿਆਂ ਦੌਰਾਨ ਸਦਨ ਦੀ ਅਗਵਾਈ ਕੀਤੀ ਅਤੇ ਆਪਣੀ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਇੱਕ ਸਤਿਕਾਰਿਤ ਆਗੂ ਵਜੋਂ ਆਪਣੀ ਛਾਪ ਛੱਡੀ। ਤਾਂ ਅਸੀਂ 1764 ਤੋਂ 1962 ਤੱਕ ਦਾ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਅਸੀਂ 4 ਬਿਲਕੁਲ ਵੱਖਰੀਆਂ ਕਹਾਣੀਆਂ ਦੇਖੀਆਂ, ਜਿਹੜੀਆਂ ਸਾਰੀਆਂ ਦੀ ਸਾਰੀਆਂ 17 ਅਪ੍ਰੈਲ ਨੂੰ ਹੀ ਵਾਪਰੀਆਂ। ਪਰ ਸਵਾਲ ਇਹ ਹੈ ਕਿ ਇਹ ਸਭ ਮਿਲ ਕੇ ਸਾਨੂੰ ਦੱਸਦੀਆਂ ਕੀ ਹਨ? ਇਹ 4 ਕਹਾਣੀਆਂ ਮਿਲ ਕੇ ਇੱਕ ਸਫ਼ਰ ਬਿਆਨ ਕਰਦੀਆਂ ਹਨ। ਇੱਕ ਅਜਿਹਾ ਸਫ਼ਰ ਜੋ ਫੌਜੀ ਚੜ੍ਹਤ ਤੋਂ ਸ਼ੁਰੂ ਹੁੰਦਾ ਹੈ, ਫਿਰ ਅੰਦਰੂਨੀ ਟਕਰਾਅ ਦਾ ਸਾਹਮਣਾ ਕਰਦਾ ਹੈ, ਇੱਕ ਸਮਾਜਿਕ ਸੁਧਾਰ ਸੰਘਰਸ਼ ਵਿੱਚ ਬਦਲਦਾ ਹੈ ਅਤੇ ਆਖਿਰਕਾਰ ਰਾਜਨੀਤਿਕ ਪ੍ਰਾਪਤੀ ਦੇ ਸਿਖਰ ਤੇ ਪਹੁੰਚਦਾ ਹੈ। ਇਹ ਅਸਲ ਵਿੱਚ ਇੱਕ ਭਾਈਚਾਰੇ ਦੇ ਵਿਕਾਸ ਦੀ ਕਹਾਣੀ ਹੈ। ਅੰਤ ਵਿੱਚ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਹੈ, 17 ਅਪ੍ਰੈਲ ਦਾ ਦਿਨ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਇੱਕ ਭਾਈਚਾਰਾ ਸਮੇਂ ਦੇ ਨਾਲ ਬਦਲਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਕਦੇ ਤਲਵਾਰ ਨਾਲ, ਕਦੇ ਸ਼ਾਂਤਮਈ ਵਿਰੋਧ ਨਾਲ ਅਤੇ ਕਦੇ ਸੰਵਿਧਾਨਿਕ ਤਰੀਕਿਆਂ ਨਾਲ। ਇਹ ਲਚਕੀਲੇਪਣ ਅਤੇ ਹਾਲਾਤਾਂ ਅਨੁਸਾਰ ਢਲ ਜਾਣ ਦੀ ਕਹਾਣੀ ਹੈ। ਅਤੇ ਇਹ ਸਾਨੂੰ ਇੱਕ ਆਖਰੀ ਸਵਾਲ ਤੇ ਛੱਡ ਜਾਂਦਾ ਹੈ, ਜੇਕਰ ਇੱਕ ਦਿਨ ਇਤਿਹਾਸ ਦੇ 200 ਸਾਲਾਂ ਦੀ ਝਲਕ ਦੇ ਸਕਦਾ ਹੈ, ਤਾਂ ਜ਼ਰਾ ਸੋਚੋ ਕਿ ਅੱਜ ਜੋ ਕੁਝ ਹੋ ਰਿਹਾ ਹੈ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਮਾਇਨੇ ਰੱਖੇਗਾ। ਇਸ ਤੇ ਵਿਚਾਰ ਕਰਨ ਲਈ ਬਹੁਤ-ਬਹੁਤ ਧੰਨਵਾਦ।